Today we are going to discuss the new topics galvanometer, ammeter and voltmeter. Galvanometer is a device which can measure or detect very small amount of current. ਗਲਵੈਨੋਮੀਟਰ ਦੀ ਹੈਲਪ ਤੋਂ ਅਸੀਂ ਬਹੁਤ ਘੱਟ ਜਿਹੜਾ ਕਰੰਟ ਆ ਰਿਹਾ ਉਹਨੂੰ ਅਸੀਂ ਡਿਟੈਕਟ ਤੇ ਮੈਜ਼ਰ ਕਰ ਸਕਦੇ ਹਾਂ। ਦੂਸਰੇ ਨੰਬਰ ਤੇ ਹੈਗਾ ਐਮੀਟਰ। ਇਟ ਇਜ਼ ਆਲਸੋ ਅ ਡਿਵਾਈਸ ਵਿਚ ਕੈਨ ਮੈਜ਼ਰ ਦਾ ਲਾਰਜ ਅਮਾਉਂਟ ਆਫ ਕਰੰਟ। ਇਹ ਜ਼ਿਆਦਾ ਕਰੰਟ ਜਿਹੜਾ ਹੈ ਇਹ ਮੈਜ਼ਰ ਕਰ ਸਕਦਾ ਹੈ। ਤੇ ਉਸ ਤੋਂ ਅੱਗੇ ਜਿਹੜਾ ਡਿਵਾਈਸ ਹੈ ਵੋਲਟਮੀਟਰ। ਇੱਥੋਂ ਹੀ ਪਤਾ ਲੱਗਦਾ ਹੈ ਕਿ ਵੋਲਟ ਪੋਟੈਂਸ਼ੀਅਲ ਡਿਫਰੈਂਸ ਹੈ। ਵੋਲਟਮੀਟਰ ਇਜ਼ ਅ ਡਿਵਾਈਸ ਵਿਚ ਕੈਨ ਮੈਜ਼ਰ ਦਾ ਪੋਟੈਂਸ਼ੀਅਲ ਡਿਫਰੈਂਸ ਬਿਟਵੀਨ ਟੂ ਪੁਆਇੰਟਸ ਇਨ ਦਾ ਸਰਕਟ। ਸਰਕਟ ਦੇ ਵਿੱਚ ਅਸੀਂ ਕਿਸੇ ਦੋ ਪੁਆਇੰਟ ਵਿੱਚ ਪੋਟੈਂਸ਼ੀਅਲ ਡਿਫਰੈਂਸ ਮੈਜ਼ਰ ਕਰਨਾ ਹੈ, ਉਹ ਵੋਲਟਮੀਟਰ ਦੀ ਅਸੀਂ ਹੈਲਪ ਦੇ ਰਾਹੀਂ ਅਸੀਂ ਕਰ ਸਕਦੇ ਹਾਂ। ਆ ਸਾਡੇ ਕੋਲ ਤਿੰਨ ਡਿਵਾਈਸਿਸ ਨੇ ਤੇ ਜਿਹੜੇ ਸਾਡੇ ਪਲੱਸ 2 ਦੇ ਜਿਹੜਾ ਪ੍ਰੈਕਟੀਕਲ ਵਰਕ ਹੈ ਉਹਨਾਂ ਵਿੱਚ ਇਹਨਾਂ ਦੀ ਜਿਹੜੀ ਹੈ ਬਹੁਤ ਹੀ ਜਿਹੜੀ ਆਪਾਂ ਇਹਨੂੰ ਯੂਜ਼ ਕਰਦੇ ਹਾਂ। ਨਾਓ ਇਹਨਾਂ ਤਿੰਨਾਂ ਦੇ ਵਿੱਚੋਂ ਮੇਨ ਸਾਡੇ ਕੋਲ ਹੁੰਦਾ ਹੈ ਗਲਵੈਨੋਮੀਟਰ। ਗਲਵੈਨੋਮੀਟਰ ਤੋਂ ਹੀ ਅਸੀਂ ਅਮੀਟਰ ਬਣਾ ਸਕਦੇ ਹਾਂ ਤੇ ਗਲਵੈਨੋਮੀਟਰ ਤੋਂ ਹੀ ਅਸੀਂ ਜਿਹੜਾ ਹੈ ਵੋਲਟ ਮੀਟਰ ਵੀ ਅਸੀਂ ਤਿਆਰ ਕਰ ਸਕਦੇ ਹਾਂ। ਫਿਰ ਧਿਆਨ ਦਿਓ, ਗਲਵੈਨੋਮੀਟਰ ਤੋਂ ਅਸੀਂ ਅਮੀਟਰ ਤਿਆਰ ਕਰਨਾ ਹੈ ਤੇ ਗਲਵੈਨੋਮੀਟਰ ਨੂੰ ਹੀ ਅਸੀਂ ਫਰਦਰ ਕਨਵਰਟ ਕਰਕੇ ਅਸੀਂ ਜਿਹੜਾ ਹੈ ਵੋਲਟ ਮੀਟਰ ਜਿਹੜਾ ਅਸੀਂ ਉਹ ਤਿਆਰ ਕਰ ਸਕਦੇ ਹਾਂ। ਨਾਓ ਫਸਟ ਆਫ ਆਲ we will discuss what is ammeter and how we can convert a galvanometer into ammeter. ammeter ਵਿੱਚ ਅਸੀਂ ਕਿਸ ਤਰ੍ਹਾਂ ਬਦਲਣਾ ਹੈ, ammeter ਕਿਸ ਤਰ੍ਹਾਂ ਤਿਆਰ ਕਰਨਾ ਹੈ। ਨਾਓ ਐਮੀਟਰ ਇੱਕ ਡਿਵਾਈਸ ਹੈ ਜਿਹੜਾ ਕਰੰਟ ਨੂੰ ਮੈਜ਼ਰ ਕਰੇਗਾ। ਕਰੰਟ ਦੀ ਜਿਹੜੀ ਹੈ ਕੁਝ ਵੈਲਿਊ ਹੋ ਸਕਦੀ ਹੈ, 3 ਐਂਪੀਅਰ ਵੀ ਹੋ ਸਕਦੀ ਹੈ, 1.5 ਵੀ ਹੋ ਸਕਦੀ ਹੈ। ਉਹ ਡਿਪੈਂਡ ਕਰਦਾ ਹੈ ਕਿ ਸਾਡੇ ਕੋਲ ਐਮੀਟਰ ਕਿੰਨੀ ਰੇਂਜ ਦਾ ਹੈਗਾ। ਮਤਲਬ ਇਹ ਜ਼ਿਆਦਾ ਕਰੰਟ ਜਿਹੜਾ ਹੈ ਮੈਜ਼ਰ ਕਰ ਸਕਦਾ ਹੈ ਤੇ ਗਲਵੈਨੋਮੀਟਰ ਸਮਾਲ ਕਰੰਟ ਮੈਜ਼ਰ ਕਰ ਸਕਦਾ ਹੈ। ਹੁਣ ਗਲਵੈਨੋਮੀਟਰ ਨੂੰ ਐਮੀਟਰ ਦੇ ਵਿੱਚ ਜਿਹੜਾ ਹੈ ਬਦਲਣ ਦੀ ਜ਼ਰੂਰਤ ਕਿਉਂ ਪਈ, ਪਹਿਲਾਂ ਆਪਾਂ ਇਹਦੇ ਬਾਰੇ ਡਿਸਕਸ ਕਰੀਏ ਕਿ why we convert galvanometer into ammeter। ਗਲਵੈਨੋਮੀਟਰ ਜਿਹੜਾ ਹੈ ਇਹਦੀ ਰੈਜ਼ਿਸਟੈਂਸ ਜਿਹੜੀ ਹੈ ਥੋੜੀ ਜ਼ਿਆਦਾ ਹੁੰਦੀ ਹੈ। ਗਲਵੈਨੋਮੀਟਰ ਦੀ ਰੈਜ਼ਿਸਟੈਂਸ ਜਿਹੜੀ ਹੈ ਜ਼ਿਆਦਾ ਹੋਣ ਕਰਕੇ ਜੇ ਇਹਨੂੰ ਅਸੀਂ ਸਰਕਟ ਦੇ ਵਿੱਚ ਸੀਰੀਜ਼ ਵਿੱਚ ਅਪਲਾਈ ਕਰ ਦਿੰਦੇ ਹਾਂ ਫਿਰ ਕੀ ਹੁੰਦਾ ਹੈ, ਇਹ ਸੀਰੀਜ਼ ਵਿੱਚ ਲੱਗਣ ਦੇ ਨਾਲ ਇਹ ਸਰਕਟ ਦੀ ਰੈਜ਼ਿਸਟੈਂਸ ਵਧਾ ਦਿੰਦਾ ਹੈ ਤੇ ਜਦੋਂ ਸਰਕਟ ਦੀ ਰੈਜ਼ਿਸਟੈਂਸ ਵੱਧ ਜਾਂਦੀ ਹੈ ਤੇ ਕਰੰਟ ਫਲੋ ਹੋਣ ਦੇ ਵਿੱਚ ਉਹਨੂੰ ਪ੍ਰੋਬਲਮ ਆਉਂਦੀ ਹੈ। ਇਸ ਕਰਕੇ ਅਸੀਂ ਜਿਹੜਾ ਹੈ ਐਗਜ਼ੈਕਟ ਕਰੰਟ ਮੈਜ਼ਰ ਨਹੀਂ ਕਰ ਸਕਦੇ। ਦੂਸਰਾ, ਇਹਨੂੰ ਸੀਰੀਜ਼ ਜਦੋਂ ਅਸੀਂ ਲਗਾਉਂਦੇ ਆ ਤੇ ਫਿਰ ਇਹਦੇ ਵਿੱਚੋਂ ਜਦੋਂ ਮਗਰੋਂ ਕਰੰਟ ਕਿਤੇ ਜ਼ਿਆਦਾ ਆ ਗਿਆ ਤੇ ਇਹਦੇ ਕੋਇਲ ਵਿੱਚੋਂ ਜਦੋਂ ਕਰੰਟ ਲੰਘ ਕੇ ਜਾਂਦਾ ਹੈ ਤੇ ਕੋਇਲ ਜਿਹੜਾ ਹੈ ਉਹ ਬਰਨ ਹੋ ਜਾਂਦਾ ਹੈ। ਉਹਦੇ ਕਰਕੇ ਜਿਹੜਾ ਹੈ ਗਲਵੈਨੋਮੀਟਰ ਖਰਾਬ ਹੋ ਸਕਦਾ ਹੈ। ਗਲਵੈਨੋਮੀਟਰ ਦੀ ਇੱਕ ਰੇਂਜ ਹੁੰਦੀ ਹੈ, ਇਹਨੂੰ ਅਸੀਂ ਬੋਲਦੇ ਹਾਂ ਗਲਵੈਨੋਮੀਟਰ ਕਰੰਟ, ਜਿਹੜਾ ਸੇਫ ਲਿਮਿਟ ਹੈ। ਇਹ ਹੈਗੀ ਹੈ ਇਹਦੀ ਸੇਫ ਲਿਮਿਟ। ਜੇ ਇਹਦੇ ਤੋਂ ਵੱਧ ਕਰੰਟ ਅਸੀਂ ਪਾਸ ਕੀਤਾ ਗਲਵੈਨੋਮੀਟਰ ਚੋਂ ਤੇ ਗਲਵੈਨੋਮੀਟਰ ਸਾਡਾ ਜਿਹੜਾ ਹੈ ਉਹ ਸੜ ਸਕਦਾ ਹੈ। ਪਰ ਇਸ ਕਰਕੇ ਗਲਵੈਨੋਮੀਟਰ ਨੂੰ ਪਹਿਲਾਂ ਅਮੀਟਰ ਦੇ ਵਿੱਚ ਕਨਵਰਟ ਕੀਤਾ ਜਾਂਦਾ ਹੈ ਤਾਂ ਜੋ ਜਿਹੜਾ ਉਹ ਜ਼ਿਆਦਾ ਕਰੰਟ ਜਿਹੜਾ ਹੈ ਉਹ ਮੈਜ਼ਰ ਕਰ ਸਕੇ। ਨਾਓ ਹਾਊ ਟੂ ਕਨਵਰਟ ਗਲਵੈਨੋਮੀਟਰ ਇਨਟੂ ਐਮੀਟਰ। ਹੁਣ ਅਸੀਂ ਕਰਨ ਲੱਗੇ ਹਾਂ ਕਨਵਰਸ਼ਨ। ਕਨਵਰਸ਼ਨ ਕਰਨ ਲੱਗੇ ਆ ਕਾਦੀ ਆਪਾਂ ਕਰਨ ਲੱਗੇ ਕਨਵਰਸ਼ਨ, ਗਲਵੈਨੋਮੀਟਰ ਨੂੰ ਅਸੀਂ ਜਿਹੜਾ ਹੈ ਉਹ ਆਪਾਂ ਹੁਣ ਐਮੀਟਰ ਦੇ ਵਿੱਚ ਜਿਹੜਾ ਆਪਾਂ ਇਹਨੂੰ ਬਦਲਾਂਗੇ। ਇਹਦੇ ਵਾਸਤੇ ਕੀ ਹੈ ਕਿ ਸਾਡੇ ਕੋਲ ਇੱਕ ਰੈਜ਼ਿਸਟੈਂਸ ਚਾਹੀਦੀ ਹੈ ਜਿਸ ਨੂੰ ਅਸੀਂ ਬੋਲਦੇ ਹਾਂ ਸ਼ੰਟ। ਜਦੋਂ ਵੀ ਗਲਵੈਨੋਮੀਟਰ ਨੂੰ ਐਮੀਟਰ ਦੇ ਵਿੱਚ ਬਦਲਣਾ ਹੈ ਉਹਦੇ ਵਾਸਤੇ ਸਾਨੂੰ ਇੱਕ ਰੈਜ਼ਿਸਟੈਂਸ ਚਾਹੀਦੀ ਹੈ ਜਿਹਦਾ ਨਾਮ ਹੁੰਦਾ ਹੈ ਸ਼ੰਟ।
ਤੇ ਸ਼ੰਟ ਕੀ ਚੀਜ਼ ਹੈ? ਇਟ ਇਜ਼ लो resistance. Shunt is a low resistance, always connected in parallel to galvanometer. What is shunt? Shunt is a low resistance which is always connected in parallel to the galvanometer. galvanometer ਦੇ ਹਮੇਸ਼ਾ ਪੈਰਲਲ ਵਿੱਚ ਲਗਾਉਣ ਵਾਲੀ ਜਿਹੜੀ ਰੈਜ਼ਿਸਟੈਂਸ ਹੈ ਉਸ ਨੂੰ ਅਸੀਂ ਬੋਲਦੇ ਹਾਂ ਸ਼ੰਟ। ਇਹਦੀ ਹੈਲਪ ਦੇ ਰਾਹੀਂ ਅਸੀਂ ਗਲਵੈਨੋਮੀਟਰ ਨੂੰ ਜਿਹੜਾ ਹੈ ਐਮੀਟਰ ਦੇ ਵਿੱਚ ਅਸੀਂ ਜਿਹੜਾ ਹੈ ਇਹਨੂੰ ਅਸੀਂ ਬਦਲ ਸਕਦੇ ਹਾਂ। ਜਦੋਂ ਗਲਵੈਨੋਮੀਟਰ ਦੇ ਆ ਸਾਡੇ ਕੋਲ ਮੰਨ ਲਓ ਗਲਵੈਨੋਮੀਟਰ ਹੈ, ਇਸ ਗਲਵੈਨੋਮੀਟਰ ਦੇ ਪੈਰਲਲ ਦੇ ਵਿੱਚ ਅਸੀਂ ਲਗਾ ਦਿੱਤੀ ਸ਼ੰਟ। ਸ਼ੰਟ ਕੀ ਚੀਜ਼ ਹੈ? ਲੋ ਰੈਜ਼ਿਸਟੈਂਸ। ਜਦੋਂ ਗਲਵੈਨੋਮੀਟਰ ਦੇ ਪੈਰਲਲ ਦੇ ਵਿੱਚ ਅਸੀਂ ਸ਼ੰਟ ਲਗਾ ਦਿੰਨੇ ਆ, ਫਿਰ ਜਿਹੜਾ ਹੈ ਗਲਵੈਨੋਮੀਟਰ ਜਿਹੜਾ ਹੈ ਇਟ ਗੈਟ ਕਨਵਰਟਡ ਇਨਟੂ ਐਮੀਟਰ। ਇਹ ਸਾਡਾ ਜਿਹੜਾ ਪੂਰੀ ਡਾਇਗਰਾਮ ਹੈ ਇਹ ਸਾਡੀ ਬਣ ਜਾਂਦੀ ਹੈ, ਕਾਦੀ ਡਾਇਗਰਾਮ ਬਣ ਜਾਂਦੀ ਹੈ ਸਾਡੇ ਕੋਲ? ਅਮੀਟਰ ਦੀ। ਹਾਂਜੀ ਬੇਟਾ ਕਲੀਅਰ ਹੈ? ਹਾਊ ਟੂ ਕਨਵਰਟ ਗਲਵੈਨੋਮੀਟਰ ਇਨਟੂ ਐਮੀਟਰ। ਕਿਸ ਤਰ੍ਹਾਂ ਕਨਵਰਟ ਕਰੋਗੇ? ਵਿਦ ਦਾ ਹੈਲਪ ਆਫ ਸ਼ੰਟ। ਤੇ ਸ਼ੰਟ ਨੂੰ ਹਮੇਸ਼ਾ ਕਿਸ ਤਰ੍ਹਾਂ ਜੋੜਿਆ ਜਾਂਦਾ ਹੈ? ਇਟ ਇਜ਼ ਆਲਵੇਸ ਕਨੈਕਟਡ ਇਨ ਪੈਰਲਲ ਟੂ ਦਾ ਗਲਵੈਨੋਮੀਟਰ। ਤੇ ਸ਼ੰਟ ਕੀ ਕਰਦਾ ਹੈ? ਗਲਵੈਨੋਮੀਟਰ ਨੂੰ ਐਮੀਟਰ ਦੇ ਵਿੱਚ ਜਿਹੜਾ ਹੈ ਉਹ ਉਹਦੀ ਵੈਲਿਊ ਨੂੰ ਕਨਵਰਟ ਕਰ ਦਿੰਦਾ ਹੈ। ਸਾਡੇ ਕੋਲ ਨਵਾਂ ਡਿਵਾਈਸ ਆ ਜਾਂਦਾ ਹੈ, that is called ਐਮੀਟਰ। ਇਹਦਾ ਮਤਲਬ ਸਾਡੇ ਕੋਲ ਐਮੀਟਰ ਦੀ ਡਾਇਗਰਾਮ ਕਿਹੜੀ ਹੋਈ? ਗਲਵੈਨੋਮੀਟਰ ਦੇ ਪੈਰਲਲ ਸ਼ੰਟ ਲਗਾ ਦਿਓ। ਇਹ ਸਾਰੀ ਜਿਹੜੀ ਡਾਇਗਰਾਮ ਹੈ ਇਹਨੂੰ ਅਸੀਂ ਬੋਲਦੇ ਹਾਂ this is the diagram for ਐਮੀਟਰ। ਨਾਓ ਜਿਹੜਾ ਸ਼ੰਟ ਹੈ ਇਹਦਾ ਮੇਨ ਇਹਦੀ ਐਪਲੀਕੇਸ਼ਨ ਕੀ ਹੈ? ਕੋਈ ਪੁੱਛੇ ਵੀ ਸ਼ੰਟ ਇਹਦਾ ਕੋਈ ਫਾਇਦਾ ਹੈ? ਹਾਂਜੀ ਹੈਗਾ। ਸ਼ੰਟ ਜਦੋਂ ਗਲਵੈਨੋਮੀਟਰ ਦੇ ਪੈਰਲਲ ਚ ਲਗਾਓਗੇ ਤੇ ਗਲਵੈਨੋਮੀਟਰ ਤੁਹਾਡਾ ਐਮੀਟਰ ਦੇ ਵਿੱਚ ਬਦਲ ਜਾਏਗਾ। ਇਹ ਪਹਿਲੀ ਐਪਲੀਕੇਸ਼ਨ ਹੈ। ਇਟ ਕਨਵਰਟ ਗਲਵੈਨੋਮੀਟਰ ਨੂੰ ਐਮੀਟਰ ਵਿੱਚ ਕਨਵਰਟ ਕਰਦਾ। ਦੂਸਰਾ ਜਿਹੜਾ ਸ਼ੰਟ ਹੁੰਦਾ ਹੈ ਇਹ ਗਲਵੈਨੋਮੀਟਰ ਨੂੰ ਸਟਰੋਂਗ ਕਰੰਟ ਤੋਂ ਪ੍ਰੋਟੈਕਟ ਕਰਦਾ ਹੈ, ਕਿਉਂਕਿ ਇਹਦੀ ਰੈਜ਼ਿਸਟੈਂਸ ਘੱਟ ਹੁੰਦੀ ਹੈ। ਦੇਖੋ ਬੇਟਾ ਇਹਦੀ ਰੈਜ਼ਿਸਟੈਂਸ ਮੈਂ ਲਿਖਤੀ ਹੈ ਇੱਥੇ ਲੋ ਰੈਜ਼ਿਸਟੈਂਸ ਹੈ। ਤੇ ਜਦੋਂ ਇਹਦੇ ਲੋ ਰੈਜ਼ਿਸਟੈਂਸ ਹੈ ਤੇ ਜਦੋਂ ਇਥੋਂ ਕਰੰਟ ਮੰਨ ਲਓ ਤੁਹਾਡੇ ਕੋਲ ਮਗਰੋਂ ਕਰੰਟ ਜਿਹੜਾ ਆ ਰਿਹਾ ਹੈ ਉਹ ਜ਼ਿਆਦਾ ਕਰੰਟ ਆ ਗਿਆ। ਜੇ ਸਾਰੇ ਦਾ ਆਪਾਂ ਨਹੀਂ ਲਗਾਈ, ਮੰਨ ਲਓ ਆਪਾਂ ਸ਼ੰਟ ਨਹੀਂ ਲਗਾਇਆ ਹਲੇ, ਮਗਰੋਂ ਕਰੰਟ ਜ਼ਿਆਦਾ ਆ ਗਿਆ ਤੇ ਸਾਰੇ ਦਾ ਸਾਰਾ ਕਰੰਟ ਜਦੋਂ ਗਲਵੈਨੋਮੀਟਰ ਚ ਲੰਘ ਗਿਆ ਤੇ ਗਲਵੈਨੋਮੀਟਰ ਦਾ ਕੋਇਲ ਜਿਹੜਾ ਹੈ ਬਰਨ ਹੋ ਜਾਏਗਾ, ਗਲਵੈਨੋਮੀਟਰ ਡੈਮੇਜ ਹੋ ਜਾਂਦਾ ਹੈ। ਪਰ ਅਸੀਂ ਕੀ ਕੀਤਾ? ਅਸੀਂ ਨਾਲ ਇੱਥੇ ਜਿਹੜਾ ਹੈ ਸ਼ੰਟ ਅਪਲਾਈ ਕਰਤਾ। ਸ਼ੰਟ ਅਪਲਾਈ ਕਰਨ ਦਾ ਫਾਇਦਾ ਕੀ ਹੋਇਆ ਕਿ ਜਦੋਂ ਇੱਥੇ ਕਰੰਟ ਪਹੁੰਚੇਗਾ ਇਸ ਪੁਆਇੰਟ ਦੇ ਉੱਤੇ ਤੇ ਕਰੰਟ ਦੋ ਪਾਰਟਸ ਵਿੱਚ ਡਿਵਾਈਡ ਹੋ ਜਾਏਗਾ। ਕੁਝ ਹਿੱਸਾ ਗਲਵੈਨੋਮੀਟਰ ਤੋਂ ਜਾਏਗਾ, ਕੁਝ ਹਿੱਸਾ ਜਿਹੜਾ ਹੈ ਉਹ ਕਾਚੋਂ ਲੰਘ ਕੇ ਜਾਏਗਾ, ਸਾਡਾ ਸ਼ੰਟ ਵਿੱਚੋਂ ਲੰਘ ਕੇ ਜਾਏਗਾ। ਕੀ ਸਾਰੇ ਦਾ ਸਾਰਾ ਕਰੰਟ ਗਲਵੈਨੋਮੀਟਰ ਤੋਂ ਲੰਘਿਆ? ਨਹੀਂ ਲੰਘਿਆ। ਇੱਥੋਂ ਕਰੰਟ ਜਿਹੜਾ ਹੈ ਦੋ ਪਾਰਟਸ ਵਿੱਚ ਜਿਹੜਾ ਡਿਵਾਈਡ ਹੋ ਜਾਂਦਾ ਹੈ। ਦੂਜੀ ਗੱਲ, ਸ਼ੰਟ ਦੀ ਰੈਜ਼ਿਸਟੈਂਸ ਕੀ ਹੈਗੀ ਹੈ? ਲੋ। ਜੇ ਲੋ ਰੈਜ਼ਿਸਟੈਂਸ ਹੈ ਤੇ ਇਹਦਾ ਮਤਲਬ ਹੈ ਕਿ ਕਰੰਟ ਹਮੇਸ਼ਾ ਲੋ ਰੈਜ਼ਿਸਟੈਂਸ ਵਾਲੇ ਪਾਸੇ ਜਾਂਦਾ ਹੈ। ਕਰੰਟ ਉਧਰ ਨੂੰ ਫਲੋ ਕਰਦਾ ਹੈ ਜਿੱਧਰ ਰੁਕਾਵਟ ਘੱਟ ਹੋਵੇ। ਇਹਦਾ ਮਤਲਬ ਜ਼ਿਆਦਾ ਕਰੰਟ ਜਿਹੜਾ ਹੈ ਉਹ ਸ਼ੰਟ ਵਿੱਚੋਂ ਦੀ ਲੰਘ ਜਾਏਗਾ, ਇੱਥੋਂ ਜਾ ਕੇ ਇੱਥੇ ਪਹੁੰਚੇਗਾ। ਤੇ ਥੋੜਾ ਬਹੁਤਾ ਕਰੰਟ ਜਿੰਨਾ ਗਲਵੈਨੋਮੀਟਰ ਨੂੰ ਚਾਹੀਦਾ ਉਹ ਇਹਦੇ ਵਿੱਚੋਂ ਲੰਘ ਕੇ ਇੱਥੇ ਜਾ ਕੇ ਫਿਰ ਦੁਬਾਰਾ ਇਕੱਠੇ ਹੋ ਜਾਣਗੇ। ਕਹਿਣ ਦਾ ਮਤਲਬ
ਜ਼ਿਆਦਾ ਕਰੰਟ ਆ ਗਿਆ, ਇਹਦੇ ਵਿੱਚੋਂ ਕੀ ਹੁੰਦਾ ਹੈ, ਮੋਸਟ ਆਫ ਦਾ ਕਰੰਟ ਪਾਸਿਸ ਥਰੂ ਸ਼ੰਟ ਬਿਕੋਜ਼ ਸ਼ੰਟ ਹੈਵ ਲੋ ਰੈਜ਼ਿਸਟੈਂਸ, ਇਹਦੇ ਕਰਕੇ ਇਹ ਖਰਾਬ ਨਹੀਂ ਹੁੰਦਾ। ਇਹਦਾ ਮਤਲਬ ਸ਼ੰਟ ਦੀਆਂ ਦੋ ਐਪਲੀਕੇਸ਼ਨਾਂ, ਇੱਕ ਤੇ ਗਲਵੈਨੋਮੀਟਰ ਤੋਂ ਅਮੀਟਰ ਤਿਆਰ ਕਰ ਦਿੰਦਾ ਹੈ ਤੇ ਦੂਸਰੀ ਐਪਲੀਕੇਸ਼ਨ ਹੈ ਕਿ ਗਲਵੈਨੋਮੀਟਰ ਨੂੰ ਸਟਰੋਂਗ ਕਰੰਟ ਤੋਂ ਬਚਾਉਂਦਾ ਹੈ, ਕਿਉਂਕਿ ਇਹਦੀ ਆਪਣੀ ਰੈਜ਼ਿਸਟੈਂਸ ਘੱਟ ਹੁੰਦੀ ਹੈ, ਸਾਰਾ ਕਰੰਟ ਇਹਦੇ ਵਿੱਚੋਂ ਦੀ ਲੰਘਦਾ ਹੈ ਤੇ ਗਲਵੈਨੋਮੀਟਰ ਜਿਹੜਾ ਹੈ ਉਹ ਖਰਾਬ ਹੋਣ ਤੋਂ ਜਿਹੜਾ ਹੈ ਸਾਡੇ ਕੋਲੋਂ ਬਚ ਜਾਂਦਾ ਹੈ। ਨਾਓ ਤੀਸਰੀ ਇਹਦੀ ਐਪਲੀਕੇਸ਼ਨ ਇੱਕ ਹੋਰ ਹੈ ਕਿ ਜੇਕਰ ਸਾਡੇ ਕੋਲ ਐਮੀਟਰ ਹੈ, ਕੋਈ 3 ਐਂਪੀਅਰ ਦਾ ਅਮੀਟਰ ਹੈ, ਉਹਦਾ ਮਤਲਬ ਹੈ ਕਿ ਇਹ 3 ਐਂਪੀਅਰ ਕਰੰਟ ਮੈਜ਼ਰ ਕਰ ਸਕਦਾ ਹੈ, ਇਸ ਤੋਂ ਬਾਅਦ ਇਹਨੇ ਕਰੰਟ ਮੈਜ਼ਰ ਨਹੀਂ ਕਰਨਾ। ਪਰ ਜੇ ਅਸੀਂ ਚਾਹੁੰਦੇ ਆ ਕਿ ਇਹ 4 ਐਂਪੀਅਰ ਕਰੰਟ ਮੈਜ਼ਰ ਕਰੇ ਤੇ ਉਹਦੇ ਵਾਸਤੇ ਕੀ ਕਰਨਾ ਪਏਗਾ, ਸਾਨੂੰ 3 ਐਂਪੀਅਰ ਤੋਂ 4 ਐਂਪੀਅਰ ਰੇਂਜ ਵਿੱਚ ਆਪਣਾ ਐਮੀਟਰ ਨੂੰ ਕਨਵਰਟ ਕਰਨਾ ਪਏਗਾ। ਫਿਰ ਅਮੀਟਰ ਨੂੰ ਹਾਈ ਰੇਂਜ ਵਿੱਚ ਕਨਵਰਟ ਕਰਨ ਵਾਸਤੇ ਵੀ ਅਸੀਂ ਜਿਹੜਾ ਹੈ ਸ਼ੰਟ ਦੀ ਆਪਾਂ ਉਹਦਾ ਹੀ ਯੂਜ਼ ਕਰਦੇ ਹਾਂ। ਜਦੋਂ ਅਮੀਟਰ ਦੇ ਪੈਰਲਲ ਚ ਲਗਾ ਦੋਗੇ ਸ਼ੰਟ, ਉਹ ਅਮੀਟਰ ਦੀ ਜਿਹੜੀ ਰੇਂਜ ਜਿਹੜੀ ਹੈ ਉਹ ਚੇਂਜ ਹੋ ਜਾਏਗੀ। ਫਿਰ ਸੁਣੋ, ਜੇ ਗਲਵੈਨੋਮੀਟਰ ਦੇ ਪੈਰਲਲ ਚ ਲਗਾਓਗੇ ਉਹ ਅਮੀਟਰ ਬਣ ਜਾਏਗਾ, ਤੇ ਜੇ ਅਮੀਟਰ ਦੇ ਪੈਰਲਲ ਚ ਲਗਾ ਦੋਗੇ ਸ਼ੰਟ ਨੂੰ ਤੇ ਉਹਦੀ ਜਿਹੜੀ ਰੇਂਜ ਹੈ ਉਹ ਤੁਹਾਡੀ ਜਿਹੜੀ ਉਹ ਇਨਕਰੀਜ਼ ਹੋ ਸਕਦੀ ਹੈ। ਨਾਓ ਇੱਥੇ ਅਸੀਂ ਡਾਇਗਰਾਮ ਦੁਬਾਰਾ ਬਣਾਉਂਦੇ ਆ। ਦਿਸ ਇਜ਼ ਦਾ ਗਲਵੈਨੋਮੀਟਰ, ਇਹਦੇ ਨਾਲ ਅਸੀਂ ਲਗਾ ਦਿੱਤਾ ਇੱਥੇ ਸ਼ੰਟ, ਤੇ ਬੇਟਾ ਸ਼ੰਟ ਕੀ ਹੈ, ਲੋ ਰੈਜ਼ਿਸਟੈਂਸ, ਤੇ ਇਥੋਂ ਕਰੰਟ ਆ ਰਿਹਾ ਮੰਨ ਲਓ I, ਜਿਹੜਾ ਕਰੰਟ ਅਸੀਂ ਮੈਜ਼ਰ ਕਰਨਾ ਹੈ ਉਹ I ਹੈ। ਅਸੀਂ ਇੱਥੇ ਲਿਖਾਂਗੇ ਲੈਟ G ਕੀ ਚੀਜ਼ ਹੈ, G ਇਜ਼ ਦਾ ਰੈਜ਼ਿਸਟੈਂਸ, ਕਾਦੀ ਰੈਜ਼ਿਸਟੈਂਸ ਹੈ, of galvanometer। ਉਸ ਤੋਂ ਬਾਅਦ S ਕੀ ਹੈ, S ਹੈਗਾ ਸਾਡੇ ਕੋਲ ਸ਼ੰਟ। ਸ਼ੰਟ ਕੀ ਚੀਜ਼ ਹੁੰਦੀ ਹੈ, ਸਾਡੇ ਕੋਲ ਲੋ ਰੈਜ਼ਿਸਟੈਂਸ। ਹਮੇਸ਼ਾ ਕਿਸ ਤਰ੍ਹਾਂ ਜੋੜਦੇ ਆ ਇਹਨੂੰ ਅਸੀਂ, ਪੈਰਲਲ ਦੇ ਵਿੱਚ। I ਕੀ ਚੀਜ਼ ਹੈ, ਕਰੰਟ to be measured, ਜਿਹੜਾ ਕਰੰਟ ਅਸੀਂ ਮੈਜ਼ਰ ਕਰਨਾ ਹੈ ਉਹ ਸਾਡੇ ਕੋਲ ਕਿੰਨਾ ਹੈਗਾ, I। ਜਦੋਂ ਕਰੰਟ ਇਸ ਪੁਆਇੰਟ ਤੇ ਪਹੁੰਚੇਗਾ, ਜਿਹਦਾ ਨਾਮ ਮੈਂ A ਰੱਖ ਦੇਣਾ ਹੈ, ਇੱਥੇ ਰੱਖ ਦੇਣਾ ਮੈਂ ਮੰਨ ਲਓ B ਪੁਆਇੰਟ। ਜਦੋਂ ਕਰੰਟ A ਪੁਆਇੰਟ ਤੇ ਪਹੁੰਚੇਗਾ, ਕਰੰਟ ਕਿੰਨੇ ਪਾਰਟਸ ਵਿੱਚ ਡਿਵਾਈਡ ਹੋਏਗਾ, ਕਰੰਟ ਵਿਲ ਬੀ ਡਿਵਾਈਡਡ ਇਨਟੂ 2 ਪਾਰਟਸ। ਕੁਝ ਕਰੰਟ ਇੱਧਰ ਜਾਏਗਾ, ਬਾਕੀ ਕਰੰਟ ਇੱਧਰ ਜਾਏਗਾ। ज्यादा करंट कच हो जाएगा गलवैनोमीटर के शंट विचों, जल्दी बोलो, ज्यादा करंट कच हो जाएगा शंट विचों जी, क्यों, शंट दी रजिस्टेंस घट है। नाउ ਇਹਦੇ ਵਿੱਚੋਂ ਕਰੰਟ ਗਿਆ IG, ਮੈਂ ਅੱਗੇ ਵੀ ਸਮਝਾਇਆ ਸੀ IG ਦਾ ਮਤਲਬ ਕਰੰਟ ਥਰੂ ਗਲਵੈਨੋਮੀਟਰ। ਜਿੰਨਾ ਵੱਧ ਤੋਂ ਵੱਧ ਕਰੰਟ ਗਲਵੈਨੋਮੀਟਰ ਜਿਹੜਾ ਹੈ ਵਿੱਚੋਂ ਜਾ ਸਕਦਾ ਹੈ ਫੁੱਲ ਸਕੇਲ ਡਿਫਲੈਕਸ਼ਨ ਵਾਸਤੇ, ਉਹ IG, ਤੇ ਬਾਕੀ ਕਰੰਟ ਕਿੰਨਾ ਬਚ ਗਿਆ, I ਮਾਈਨਸ IG। ਇਹਦੇ ਵਿੱਚੋਂ ਕਰੰਟ ਗਿਆ IG ਤੇ ਬਾਕੀ ਕਰੰਟ ਸਾਡੇ ਕੋਲ ਬਚ ਗਿਆ I ਮਾਈਨਸ IG। ਉਹ ਕਰੰਟ ਤੁਹਾਡਾ ਸ਼ੰਟ ਦੇ ਵਿੱਚੋਂ ਲੰਘੇਗਾ ਇੱਥੇ ਜਾ ਕੇ, ਤੇ ਇਥੋਂ ਕਿਹੜਾ ਆ ਰਿਹਾ ਕਰੰਟ, ਇਥੋਂ ਆ ਗਿਆ IG, ਤੇ ਇਧਰੋਂ ਕਿਹੜਾ ਆ ਰਿਹਾ I ਮਾਈਨਸ IG, ਤੇ ਇੱਥੇ B ਪੁਆਇੰਟ ਤੇ ਇਹ ਦੋਨੋਂ ਕਰੰਟ ਜਿਹੜੇ ਇਕੱਠੇ ਹੋ ਜਾਣਗੇ ਕਿਰਚੌਫ ਲਾਅ ਦੇ ਅਕੋਰਡਿੰਗ, IG ਨਾਲ IG ਕੈਂਸਲ, ਤੇ ਵਾਪਸ ਕਿੰਨਾ ਕਰੰਟ ਦੇਖੋ ਨਿਕਲ ਗਿਆ ਵਿੱਚੋਂ, I ਕਰੰਟ ਵਿੱਚੋਂ ਨਿਕਲ ਜਾਏਗਾ। ਆਈ ਥਿੰਕ ਕਿ ਤੁਹਾਨੂੰ ਇਸ ਤੱਕ ਕਲੀਅਰ ਹੋ ਗਿਆ। ਨਾਓ ਪੋਟੈਂਸ਼ੀਅਲ डिफरेंस, पीडी का मतलब पोटेंशियल डिफरेंस अक्रॉस जी, जी दे उत्ते पोटेंशियल डिफरेंस कितना होएगा, पोटेंशियल डिफरेंस ओम्स लॉ दे फॉर्मूले दे अकॉर्डिंग चलिए, ओम्स लॉ का फॉर्मूला पढ़िया सी कि V इज इक्वल टू आई आर, इथे पोटेंशियल डिफरेंस कितना आएगा, G रजिस्टेंस हैगी है ते करंट IG, ਇਹਦਾ मतलब पोटेंशियल डिफरेंस G ऊपर कितना आएगा, करंट इनटू रजिस्टेंस, ਇਹ ਸਾਡੇ ਕੋਲ ਆ ਗਿਆ। ਨਾਓ ਜਿਹੜਾ पोटेंशियल डिफरेंस अक्रॉस S शंट ऊपर कितना आएगा, करंट कितना आ रहा है देखो
ਕਰੰਟ ਆ ਗਿਆ I ਮਾਈਨਸ IG ਤੇ ਮਲਟੀਪਲਾਈ ਅਸੀਂ ਕਾਹਦੇ ਨਾਲ ਕਰ ਦਾਂਗੇ, ਸਾਡੇ ਕੋਲ ਆ ਜਾਏਗਾ S। ਇਹ ਅਸੀਂ ਮਲਟੀਪਲਾਈ ਕਰਤਾ, ਇਹ ਪੋਟੈਂਸ਼ੀਅਲ ਡਿਫਰੈਂਸ G ਦਾ, ਇਹ ਪੋਟੈਂਸ਼ੀਅਲ ਡਿਫਰੈਂਸ ਜਿਹੜਾ ਸੈਟਅਪ ਹੋਇਆ S ਦੇ ਉੱਪਰ। ਬਟ ਦੇ ਆਰ ਇਨ ਪੈਰਲਲ, ਬਟ ਇੱਥੇ ਕੀ ਲਿਖਾਂਗੇ ਬੇਟਾ ਅਸੀਂ, ਬਟ G and S are in parallel। ਜੇ ਬੇਟਾ ਦੋਨੋਂ ਪੈਰਲਲ ਚ ਨੇ, ਇਹਦਾ ਮਤਲਬ ਕੀ ਹੁੰਦਾ ਹੈ, ਪੈਰਲਲ ਵਿੱਚ ਅਸੀਂ ਪੜਿਆ ਸੀ ਸੀਰੀਜ਼ ਇੱਕ ਪੈਰਲਲ ਕੰਬੀਨੇਸ਼ਨ, ਜਦੋਂ ਦੋ ਰੈਜ਼ਿਸਟੈਂਸ ਪੈਰਲਲ ਚ ਹੋਣ ਤੇ ਪੋਟੈਂਸ਼ੀਅਲ ਸੇਮ ਰਹਿੰਦਾ ਹੈ। ਇਹਦਾ ਮਤਲਬ ਜਿੰਨਾ ਪੋਟੈਂਸ਼ੀਅਲ G ਉੱਤੇ ਹੋਏਗਾ ਓਨਾ ਹੀ ਪੋਟੈਂਸ਼ੀਅਲ S ਉੱਪਰ ਹੋਏਗਾ। ਬਟ G and S are in parallel, therefore potential difference across G equal to potential difference across S। ਇਹ ਦੋਨਾਂ ਦਾ potential difference same ਹੋਏਗਾ। ਇਹਦਾ ਮਤਲਬ IGG equal to, ਇਹ ਕਿਹਦੇ equal ਹੋਏਗਾ, ਸਾਡੇ ਕੋਲ ਆ ਜਾਏਗਾ I minus IG multiply by S। ਇਹ ਦੋਨੋਂ ਜਿਹੜੇ ਨੇ ਆਪਸ ਵਿੱਚ equal ਹੋ ਗਏ। therefore ਅਸੀਂ S ਨਿਕਾਲਣਾ ਹੈ, therefore S equal to ਸਾਡੇ ਕੋਲ ਕਿੰਨਾ ਆ ਜਾਏਗਾ, IGG divided by I minus IG। ਇਹ ਸਾਡੇ ਕੋਲ ਸ਼ੰਟ ਦਾ ਜਿਹੜਾ ਹੈ ਫਾਰਮੂਲਾ ਬਣ ਗਿਆ। ਸ਼ੰਟ ਕੀ ਦੇ ਇਕੁਅਲ ਆਇਆ, IGG divided by I minus IG। IG ਕਿਹੜਾ ਕਰੰਟ ਹੈ, ਗਲਵੈਨੋਮੀਟਰ ਦਾ ਫੁੱਲ ਸਕੇਲ ਡਿਫਲੈਕਸ਼ਨ ਕਰੰਟ। ਗਲਵੈਨੋਮੀਟਰ ਦੀ ਜਿਹੜੀ ਫੁੱਲ ਸਕੇਲ ਡਿਫਲੈਕਸ਼ਨ ਤੱਕ ਜਿੰਨਾ ਕਰੰਟ ਚਾਹੀਦਾ ਹੈ ਉਹ IG। ਤੇ G ਕੀ ਚੀਜ਼ ਹੈ, ਰੈਜ਼ਿਸਟੈਂਸ ਆਫ ਗਲਵੈਨੋਮੀਟਰ। I ਕੀ ਚੀਜ਼ ਹੈ, ਜਿਹੜਾ ਕਰੰਟ ਅਸੀਂ ਮੈਜ਼ਰ ਕਰਨਾ ਹੈ, ਕਹਿਣ ਦਾ ਮਤਲਬ ਜਿੰਨੀ ਰੇਂਜ ਦਾ ਅਸੀਂ ਐਮੀਟਰ ਤਿਆਰ ਕਰਨਾ ਹੈ। ਕਿ ਐਮੀਟਰ ਮੰਨ ਲਓ ਮੈਂ ਤਿਆਰ ਕਰਨਾ ਚਾਹਨਾ ਕਿ ਮੇਰਾ ਐਮੀਟਰ ਜਿਹੜਾ ਹੈ ਉਹ 5 ਐਂਪੀਅਰ ਤੱਕ ਕਰੰਟ ਮੈਜ਼ਰ ਕਰੇ। ਮੰਨ ਲਓ ਮੈਂ ਚਾਹਨਾ ਕਿ ਮੇਰਾ ਮੀਟਰ ਇਸ ਤਰ੍ਹਾਂ ਦਾ ਤਿਆਰ ਹੋਵੇ ਜਿਹੜਾ 5 ਐਂਪੀਅਰ ਤੱਕ ਕਰੰਟ ਮੈਜ਼ਰ ਕਰ ਸਕਦਾ ਹੈ। ਉਹਦੇ ਵਾਸਤੇ ਅਸੀਂ ਇੱਥੇ I ਨੂੰ ਕਿੰਨਾ ਭਰਾਂਗੇ, 5। ਇੱਥੇ ਗਲਵੈਨੋਮੀਟਰ ਦੀ ਰੈਜ਼ਿਸਟੈਂਸ ਭਰਾਂਗੇ, ਗਲਵੈਨੋਮੀਟਰ ਦਾ ਕਰੰਟ ਭਰਾਂਗੇ। ਇਹਨੂੰ ਅਸੀਂ ਸੋਲਵ ਕਰਕੇ S ਦੀ ਵੈਲਿਊ ਨਿਕਾਲ ਲਾਵਾਂਗੇ। ਬਾਅਦ ਵਿੱਚ ਜੋ ਵੈਲਿਊ S ਦੀ ਆਏਗੀ ਉਹਨੂੰ ਅਸੀਂ ਗਲਵੈਨੋਮੀਟਰ ਦੇ ਪੈਰਲਲ ਚ ਲਗਾ ਦਾਂਗੇ। ਫਿਰ ਸਾਡਾ ਜਿਹੜਾ ਹੈ ਇਹ ਇੱਕ ਐਮੀਟਰ ਬਣ ਜਾਏਗਾ ਤੇ ਜਿਹਦੀ ਰੇਂਜ ਕਿੰਨੀ ਹੋਏਗੀ ਸਾਡੇ ਕੋਲ, 5 ਐਂਪੀਅਰ। ਬੇਟਾ ਕਲੀਅਰ। ਤੇ ਜੇ ਮੈਂ ਚਾਹਨਾ 4 ਐਂਪੀਅਰ ਤੱਕ ਬਣੇ ਜਾਂ ਅਸੀਂ ਚਾਹਨੇ ਆ 3 ਐਂਪੀਅਰ ਤੱਕ ਐਮੀਟਰ ਮੈਜ਼ਰ ਕਰੇ, ਸਿਰਫ 3 ਐਂਪੀਅਰ ਤੱਕ, ਇੱਥੇ 3 ਭਰ ਲਿਓ। ਇੱਥੇ ਗਲਵੈਨੋਮੀਟਰ ਦੀ ਰੈਜ਼ਿਸਟੈਂਸ ਭਰ ਦੇਣੀ ਆ। ਇੱਥੇ ਗਲਵੈਨੋਮੀਟਰ ਦਾ ਜਿੰਨਾ ਸੇਫ ਲਿਮਿਟ ਕਰੰਟ ਹੁੰਦਾ ਉਹ ਭਰ ਕੇ ਅਸੀਂ S ਨਿਕਾਲਾਂਗੇ। ਜੋ S ਆਏਗਾ ਉਹਨੂੰ ਉਹਦੇ ਪੈਰਲਲ ਚ ਲਗਾ ਦੋਗੇ। ਫਿਰ ਸਾਡਾ ਗਲਵੈਨੋਮੀਟਰ ਕਨਵਰਟ ਹੋ ਗਿਆ। ਕਾਹਦੇ ਵਿੱਚ ਕਨਵਰਟ ਹੋ ਗਿਆ, ਐਮੀਟਰ ਦੇ ਵਿੱਚ। ਤੇ ਉਹਦੀ ਰੇਂਜ ਕਿੰਨੀ ਹੋਏਗੀ ਤੁਹਾਡੀ, 3 ਐਂਪੀਅਰ। ਕਹਿਣ ਦਾ ਮਤਲਬ ਹੈ ਵੱਧ ਤੋਂ ਵੱਧ ਸਿਰਫ 3 ਐਂਪੀਅਰ ਤੱਕ ਹੀ ਮੈਜ਼ਰ ਕਰੇਗਾ। ਇਸ ਤਰ੍ਹਾਂ ਤੁਸੀਂ ਬੇਟਾ ਗਲਵੈਨੋਮੀਟਰ ਨੂੰ ਐਮੀਟਰ ਦੇ ਵਿੱਚ ਕਨਵਰਟ ਕਰ ਸਕਦੇ ਹਾਂ। ਪਲੀਜ਼ ਟੈਲ, ਆਹ ਡਾਇਗਰਾਮ ਕਾਦੀ ਹੈ, ਇਹ ਪੂਰੀ ਡਾਇਗਰਾਮ ਕਾਦੀ ਹੈ। ਕਈ ਬੱਚੇ ਬੋਲਦੇ ਸਰ ਜੀ ਇਹ ਤੇ ਗਲਵੈਨੋਮੀਟਰ ਹੈ ਜੀ, ਆਹ ਸ਼ੰਟ ਹੈ। ਬੇਟਾ ਇਹ ਹੁਣ ਇੱਕ ਸਰਕਟ ਬਣ ਗਿਆ ਜੀ, ਇਹ ਸਰਕਟ ਬਣ ਗਿਆ। ਇਹ ਪੂਰੀ ਡਾਇਗਰਾਮ ਸਾਨੂੰ ਸ਼ੋ ਕਰਦੀ ਹੈ। ਇਟ ਇਜ਼ ਅ ਡਾਇਗਰਾਮ ਆਫ ਐਮੀਟਰ। ਇਹ ਸਾਡੀ ਐਮੀਟਰ ਦੀ ਜਿਹੜੀ ਹੈ ਡਾਇਗਰਾਮ ਹੈ। ਨਾਓ ਇਸ ਤੋਂ ਬਾਅਦ ਇਹ ਫਾਰਮੂਲਾ ਤੁਸੀਂ ਯਾਦ ਰੱਖਣਾ ਹੈ, ਨਿਊਮੈਰੀਕਲ ਦੇ ਵਿੱਚ ਵੀ ਯੂਜ਼ ਕਰਦੇ ਆ, IGG ਓਵਰ I ਮਾਈਨਸ IG। ਨਾਓ ਇਸ ਤੋਂ ਬਾਅਦ ਹੁਣ ਅਸੀਂ ਦੇਖੀਏ ਕਿ ਜਦੋਂ ਗਲਵੈਨੋਮੀਟਰ ਨੂੰ ਐਮੀਟਰ ਵਿੱਚ ਬਦਲਿਆ ਤੇ ਰੈਜ਼ਿਸਟੈਂਸ ਤੇ ਕੀ ਫਰਕ ਪੈਂਦਾ ਹੈ। ਦੇਖੋ ਬੇਟਾ ਇਹ ਪੂਰਾ ਜਿਹੜੀ ਪੂਰੀ ਡਾਇਗਰਾਮ ਹੈ, ਆਹ ਵਾਲੀ ਪੂਰੀ ਡਾਇਗਰਾਮ ਕਾਦੀ ਹੈ, ਦਿਸ ਇਜ਼ ਦਾ ਡਾਇਗਰਾਮ ਫॉर ਐਮੀਟਰ। ਇਹਦਾ ਮਤਲਬ ਐਮੀਟਰ ਵਿੱਚ ਕਿੰਨੇ ਰੈਜ਼ਿਸਟੈਂਸ ਲੱਗੇ ਹੁੰਦੇ ਨੇ, 2। ਦੋਨੋਂ ਰੈਜ਼ਿਸਟੈਂਸ ਆਪਸ ਵਿੱਚ ਕਾਹਦੇ ਚ ਹੁੰਦੇ ਨੇ, ਪੈਰਲਲ ਚ। ਤੇ ਸਾਨੂੰ ਪਤਾ ਹੈ ਕਿ ਜੇ ਪੈਰਲਲ ਵਿੱਚ ਲੱਗੇ ਹੁੰਦੇ ਨੇ ਤੇ ਟੋਟਲ ਇਫੈਕਟਿਵ ਰੈਜ਼ਿਸਟੈਂਸ ਜਿਹੜਾ ਹੈ ਉਹ ਸਾਡਾ ਡਿਕਰੀਜ਼ ਹੋ ਜਾਏਗਾ।
ਪੈਰਲਲ ਕੰਬੀਨੇਸ਼ਨ ਦੇ ਵਿੱਚ ਟੋਟਲ ਇਫੈਕਟਿਵ ਰੈਜ਼ਿਸਟੈਂਸ ਜਿਹੜਾ ਹੈ ਉਹ ਹਮੇਸ਼ਾ ਡਿਕਰੀਜ਼ ਹੁੰਦਾ ਹੈ। ਆਓ ਅਸੀਂ ਇਹਨੂੰ ਕੈਲਕੂਲੇਟ ਕਰਦੇ ਹਾਂ। ਇਫੈਕਟਿਵ ਰੈਜ਼ਿਸਟੈਂਸ ऑफ एमीटर दी रजिस्टेंस निकालिए। किस तरह निकालेंगे? 1 ओवर आर रजिस्टेंस होगी एमीटर दी इज इक्वल टू 1 ओवर जी प्लस 1 ओवर एस। ए फॉर्मूला केड़ा लगाया? पैरेलल वाला फॉर्मूला 1 ओवर आर पी इज इक्वल टू 1 ओवर आर वन प्लस 1 ओवर R2। इथे RP मैंने पैरेलल च मैं इथे R लिख लिया। 1 ओवर R एक रजिस्टेंस G आ गई, एक मेरे को S आ गई। नाउ व्हाट इज द एलसीएम? एलसीएम साडे कोल कितना आएगा? एलसीएम आएगा GS। ए ऊपर चला गया ते इथे आ गया साडे कोल G। दिस इज द रजिस्टेंस। इनू हुण असी रेसिप्रोकल कर लेने आ, उल्टा लेने आ। दिस इंप्लाई जेड़ा साडे कोल R आएगा ऊपर आ जाएगा GS डिवाइडेड बाय S प्लस G। नाउ टोटल रजिस्टेंस जेड़ी आई है हुण रेसिप्रोकल होके ऐड हुई। ਇਹਦਾ मतलब साडी रजिस्टेंस जेड़ी है एमीटर दी ओ घट जाती है। दिस इज द रजिस्टेंस ऑफ दी एमीटर। एमीटर दी रजिस्टेंस जेड़ी है गैल्वेनोमीटर नालों वो साडी घट होएगी। याद रखना है रजिस्टेंस कादी ऑफ एमीटर लेस देन किदे नालों? गैल्वेनोमीटर नालों बहुत घट होंदी है। कहने दा मतलब एमीटर जेड़ा है ए लाइन भी नोट कर लो। एमीटर इज अ लो रजिस्टेंस डिवाइस। एक लो रजिस्टेंस डिवाइस है। एमीटर दी रजिस्टेंस गैल्वेनोमीटर नालों बहुत घट होंदी है ते ओदा फार्मूला की है रजिस्टेंस निकालन दा? GS ओवर S प्लस G। व्हाट इज S? S की चीज है साडी? वो शंट है। आई थिंक तुहानू जेड़ा है इथों तक आर्टिकल जेड़ा है अज कन्वर्शन जेड़ी है क्लियर हो गई। हुण असी जेड़ा है नेक्स्ट कर लगे हां वोल्ट मीटर जेड़ा है एक डिवाइस है जेड़ा पोटेंशियल डिफरेंस नू मेजर करता है बिटवीन एनी टू पॉइंट्स इन द सर्किट। किसी भी सर्किट में दो पॉइंट के उत्ते पोटेंशियल डिफरेंस फाइंड आउट करना होए असी उत्थे वोल्ट मीटर की वरतों करते हैं। ते वोल्ट मीटर जेड़ा है इनू भी असी बनाना कित्थों है? गैल्वेनोमीटर तो। ते गैल्वेनोमीटर तो जे असी वोल्ट मीटर कन्वर्ट करना है साडे कोल पहला गैल्वेनोमीटर है। जे इस तो असी वोल्ट मीटर कन्वर्ट करना है ते एदे सीरीज विच ध्यान रखना है हाई रजिस्टेंस लगानी है। पिछले विच की सी देखो, फिर कंफ्यूजन नहीं करनी। पिछले विच मैं गैल्वेनोमीटर दे पैरेलल विच रजिस्टेंस लगाई सी बेटा ते ए रजिस्टेंस हैगी सी लो रजिस्टेंस जिन्हों शंट बोलते हैं। पर अज गैल्वेनोमीटर नूं जे हुण असी वोल्ट मीटर च कन्वर्ट करना है ते सानू गैल्वेनोमीटर दे सीरीज दे विच जिहड़ा है हाई रजिस्टेंस जिहड़ी है वो लगानी पएगी। फिर साडा जिहड़ा डिवाइस है इट कन्वर्ट इनटू वोल्ट मीटर। दिस इज द डायग्राम showing the voltmeter construction। ਇਹਦਾ मतलब how to convert galvanometer into voltmeter by applying high resistance in series with the galvanometer। galvanometer ਦੇ ਨਾਲ ਅਸੀਂ ਲਗਾ ਦੇਵਾਂਗੇ। now ਜੇ ਅਸੀਂ galvanometer ਨੂੰ ਸਿੱਧਾ ਹੀ ਵਰਤ ਲੈਂਦੇ कि चलो ये तो वोल्ट मीटर का काम लईए कि पोटेंशियल डिफरेंस मेजर करिए ते सानू की करना पैना इनू सर्किट विच असी पैरेलल च लगावांगे।
ਮੰਨ ਲਓ ਕਿ ਗਲਵੈਨੋਮੀਟਰ ਨੂੰ ਅਸੀਂ ਵੋਲਟਮੀਟਰ 'ਚ ਨਹੀਂ ਕਨਵਰਟ ਕਰਦੇ, ਅਸੀਂ ਸੋਚਦੇ ਹਾਂ ਕਿ ਇਹਦੇ ਤੋਂ ਅਸੀਂ ਸਿੱਧਾ ਕੰਮ ਲਈਏ, ਇਹਦੇ ਤੋਂ ਵੋਲਟਮੀਟਰ ਜਿਹੜਾ ਹੈ ਬਣਾਈਏ, ਸਿੱਧਾ ਹੀ ਆਪਾਂ ਪੋਟੈਂਸ਼ੀਅਲ ਡਿਫਰੈਂਸ ਮੈਜ਼ਰ ਕਰੀਏ। ਅਸੀਂ ਕਿੱਥੇ ਲਗਾਵਾਂਗੇ ਇਹਨੂੰ? ਪੈਰਲਲ 'ਚ, ਕਿਉਂਕਿ ਉਹ ਜਦੋਂ ਵੀ ਪੋਟੈਂਸ਼ੀਅਲ ਡਿਫਰੈਂਸ ਮੈਜ਼ਰ ਕਰਨਾ ਹੈ ਨਾ, ਉਦੋਂ ਹਮੇਸ਼ਾ ਡਿਵਾਈਸ ਪੈਰਲਲ 'ਚ ਲਗਾਈਦਾ। ਜਦੋਂ ਕਰੰਟ ਮੈਜ਼ਰ ਕਰਨਾ ਹੋਵੇ ਉਦੋਂ ਡਿਵਾਈਸ ਨੂੰ ਸੀਰੀਜ਼ 'ਚ ਲਗਾਈਦਾ। ਬੇਟਾ ਇਹ ਦੋ ਚੀਜ਼ਾਂ ਨੋਟ ਕਰ ਲਓ, ਜੇ ਕਰੰਟ ਮੈਜ਼ਰ ਕਰਨਾ ਹੈ ਹਮੇਸ਼ਾ ਜਿਹੜਾ ਵੀ ਡਿਵਾਈਸ ਵਰਤੋਗੇ ਉਹਨੂੰ ਸੀਰੀਜ਼ 'ਚ ਲਗਾ ਕੇ ਆਪਾਂ ਚੱਲਣਾ ਹੈ, ਤੇ ਜੇ ਪੋਟੈਂਸ਼ੀਅਲ ਡਿਫਰੈਂਸ ਮੈਜ਼ਰ ਕਰਨਾ ਹੈ ਤੇ ਉਸ ਡਿਵਾਈਸ ਨੂੰ ਹਮੇਸ਼ਾ ਸਰਕਟ ਵਿੱਚ ਪੈਰਲਲ 'ਚ ਲਗਾਉਣਾ ਹੈ। ਕਲੀਅਰ? ਨਾਓ ਜੇ ਮੈਂ ਸਿੱਧਾ ਹੀ ਗਲਵੈਨੋਮੀਟਰ ਨੂੰ ਪੈਰਲਲ 'ਚ ਲਗਾ ਦਿੰਦਾ ਤੇ ਗਲਵੈਨੋਮੀਟਰ ਦੀ ਰੈਜ਼ਿਸਟੈਂਸ ਇੰਨੀ ਜ਼ਿਆਦਾ ਨਹੀਂ ਹੈ, ਜ਼ਿਆਦਾ ਹੈ ਲੇਕਿਨ ਇੰਨੀ ਜ਼ਿਆਦਾ ਨਹੀਂ ਹੈ, ਤੇ ਜਦੋਂ ਇਹਨੂੰ ਪੈਰਲਲ 'ਚ ਲਗਾਉਣਾ ਸੀ ਤੇ ਇਹਦੇ ਵਿੱਚੋਂ ਦੀ ਕਰੰਟ ਲੰਘ ਜਾਣਾ ਸੀ, ਤੇ ਜਦੋਂ ਇਹਦੇ ਵਿੱਚੋਂ ਕਰੰਟ ਲੰਘ ਗਿਆ ਤੇ ਜਿਹੜੇ ਦੋ ਪੁਆਇੰਟਸ ਜਿਨ੍ਹਾਂ ਵਿੱਚ ਅਸੀਂ ਪੋਟੈਂਸ਼ੀਅਲ ਡਿਫਰੈਂਸ ਮੈਜ਼ਰ ਕਰਨਾ ਹੈ ਉਹ ਤਾਂ ਚੇਂਜ ਹੋ ਗਿਆ, ਕਿਉਂਕਿ ਕਰੰਟ ਵੀ ਇਹਦੇ ਵਿੱਚੋਂ ਲੰਘਣਾ ਚਾਹੀਦਾ ਸੀ, ਉਹ ਕਰੰਟ ਤੁਹਾਡਾ ਲੰਘ ਗਿਆ ਗਲਵੈਨੋਮੀਟਰ 'ਚੋਂ। ਇਹਦਾ ਮਤਲਬ ਕਿ ਜਿਹੜਾ ਡਿਵਾਈਸ ਅਸੀਂ ਪੋਟੈਂਸ਼ੀਅਲ ਡਿਫਰੈਂਸ ਨੂੰ ਮੈਜ਼ਰ ਕਰਨ ਵਾਸਤੇ ਵਰਤਾਂਗੇ ਉਹਨੂੰ ਪੈਰਲਲ ਵਿੱਚ ਤੇ ਜੋੜਾਂਗੇ, ਪਰ ਉਹਦੇ ਵਿੱਚੋਂ ਦੀ ਕਰੰਟ ਨਾ ਲੰਘੇ ਬਹੁਤਾ, ਸਾਰਾ ਕਰੰਟ ਮੇਨ ਉਧਰੋਂ ਲੰਘੇ ਤੇ ਇਸ ਡਿਵਾਈਸ ਵਿੱਚੋਂ ਘੱਟ ਕਰੰਟ ਲੰਘੇ, ਤਦੇ ਸਾਡਾ ਪੋਟੈਂਸ਼ੀਅਲ ਡਿਫਰੈਂਸ ਦੀ ਵੈਲਿਊ ਸਹੀ ਆਏਗੀ। ਉਹਦੇ ਵਾਸਤੇ ਸਾਨੂੰ ਗਲਵੈਨੋਮੀਟਰ ਦੀ ਰੈਜ਼ਿਸਟੈਂਸ ਨੂੰ ਵਧਾਉਣਾ ਪਏਗਾ, ਕਿਉਂਕਿ ਕਰੰਟ ਨਹੀਂ ਲੰਘਣਾ ਚਾਹੀਦਾ। ਗਲਵੈਨੋਮੀਟਰ ਦੇ ਰੈਜ਼ਿਸਟੈਂਸ ਵਧਾਉਣ ਵਾਸਤੇ ਇਹਦੇ ਸੀਰੀਜ਼ ਵਿੱਚ ਅਸੀਂ ਕੀ ਲਗਾਤਾ? ਹਾਈ ਰੈਜ਼ਿਸਟੈਂਸ ਅਸੀਂ ਜਿਹੜਾ ਅਪਲਾਈ ਕਰ ਦਿੰਦੇ ਆ, ਤੇ ਇਹ ਸਾਡੇ ਕੋਲ ਕੀ ਬਣ ਜਾਂਦਾ ਹੈ? ਇੱਕ ਡਿਵਾਈਸ ਬਣ ਗਿਆ ਵੋਲਟਮੀਟਰ। ਸਪੋਜ਼ ਇਥੋਂ ਕਰੰਟ ਆ ਰਿਹਾ I, ਹੁਣ ਇਹ ਤੇ ਸੀਰੀਜ਼ 'ਚ ਲੱਗਾ, ਇਹ ਸਾਰੇ ਦਾ ਸਾਰਾ ਕਰੰਟ ਜਿਹੜਾ ਹੈ ਇਹਦੇ ਵਿੱਚੋਂ ਦੀ ਲੰਘ ਕੇ ਜਾਏਗਾ। ਹੁਣ ਕਰੰਟ ਜਿਹੜਾ ਹੈ ਉਹਦੀ ਡਿਵੀਜ਼ਨ ਜਿਹੜੀ ਹੈ ਉਹ ਨਹੀਂ ਹੋਏਗੀ। ਨਾਓ ਇਹਦੇ ਵਿੱਚੋਂ ਜਿਹੜਾ ਕਰੰਟ ਸਾਡਾ ਲੰਘ ਕੇ ਜਾਣਾ ਹੈ ਉਹਦੀ ਵੈਲਿਊ ਤੁਹਾਨੂੰ ਪਤਾ ਹੀ ਹੈ ਕਿ ਉਹਦੀ ਜਿਹੜੀ ਵੈਲਿਊ ਹੈਗੀ ਆ ਸਾਡੇ ਕੋਲ IG, ਜਿਹੜਾ ਗਲਵੈਨੋਮੀਟਰ ਵਿੱਚੋਂ ਜਿਹੜਾ ਕਰੰਟ ਲੰਘਦਾ ਹੈ ਉਹ ਸਾਡਾ ਕਿਹੜਾ ਹੁੰਦਾ ਹੈ? IG, ਕਿਉਂਕਿ ਜੇ ਜ਼ਿਆਦਾ ਕਰੰਟ I ਆ ਗਿਆ ਉਹਨੇ ਤਾਂ ਪਹਿਲਾਂ ਗਲਵੈਨੋਮੀਟਰ ਨੂੰ ਸਾੜ ਦੇਣਾ। ਗਲਵੈਨੋਮੀਟਰ ਦੀ ਜਿਹੜੀ ਸੇਫ ਲਿਮਿਟ ਹੈ ਉਹਦੇ ਬਰਾਬਰ ਦਾ ਕਰੰਟ ਵਿੱਚੋਂ ਲੰਘ ਕੇ ਗਿਆ, ਕਿਉਂਕਿ ਇਹ ਡਿਵਾਈਸ ਹੁਣ ਕਿਹੜਾ ਬਣ ਗਿਆ? ਹਾਈ ਰੈਜ਼ਿਸਟੈਂਸ। ਨਾਓ R ਕੀ ਚੀਜ਼ ਹੈ ਸਾਡੇ ਕੋਲ? ਹਾਈ ਰੈਜ਼ਿਸਟੈਂਸ। G ਕੀ ਚੀਜ਼ ਹੈ ਸਾਡੇ ਕੋਲ? ਰੈਜ਼ਿਸਟੈਂਸ ਆਫ, ਕਾਦੀ ਰੈਜ਼ਿਸਟੈਂਸ ਹੈਗੀ ਹੈ ਸਾਡੇ ਕੋਲ? ਰੈਜ਼ਿਸਟੈਂਸ ਆਫ ਗਲਵੈਨੋਮੀਟਰ। IG ਕੀ ਚੀਜ਼ ਹੈ? ਫੁੱਲ ਸਕੇਲ ਡਿਫਲੈਕਸ਼ਨ ਕਰੰਟ। ਫੁੱਲ ਸਕੇਲ ਡਿਫਲੈਕਸ਼ਨ ਕਰੰਟ through galvanometer. Now potential difference ਜਿਹੜਾ ਅਸੀਂ ਮੈਜ਼ਰ ਕਰਨਾ ਹੈ V, potential difference to be measured, ਜਿਹੜਾ ਅਸੀਂ potential difference ਮੈਜ਼ਰ ਕਰਨਾ ਹੈ ਉਹ ਸਾਡਾ ਕਿੰਨਾ ਹੈਗਾ? ਮੰਨ ਲਓ V। ਨਾਓ ਟੋਟਲ ਸਾਡੇ ਕੋਲ ਪੋਟੈਂਸ਼ੀਅਲ ਡਿਫਰੈਂਸ ਕਿੰਨਾ ਆਏਗਾ? ਪਹਿਲਾ ਕਰੰਟ ਇਹਦੇ ਵਿੱਚੋਂ ਲੰਘ ਕੇ ਜਾਏਗਾ ਤੇ ਸਾਡੇ ਕੋਲ ਪੋਟੈਂਸ਼ੀਅਲ ਡਿਫਰੈਂਸ ਕਿੰਨਾ ਬਣ ਗਿਆ? IgG, ਕਰੰਟ ਇਨਟੂ ਰੈਜ਼ਿਸਟੈਂਸ ਪੋਟੈਂਸ਼ੀਅਲ ਬਣ ਗਿਆ, ਪਲੱਸ ਇਹਦੇ ਵਿੱਚੋਂ ਵੀ ਕਰੰਟ ਲੰਘ ਕੇ ਜਾਏਗਾ ਤੇ ਸਾਡੇ ਕੋਲ ਪੋਟੈਂਸ਼ੀਅਲ ਡਿਫਰੈਂਸ ਆ ਗਿਆ IG ਮਲਟੀਪਲਾਈ ਬਾय ਸਾਡੇ ਕੋਲ ਆ ਜਾਏਗਾ R। ਇਹ ਸਾਡੇ ਕੋਲ ਆ ਗਿਆ ਟੋਟਲ ਪੋਟੈਂਸ਼ੀਅਲ ਡਿਫਰੈਂਸ। ਨਾਓ V is equal to IG ਵਿੱਚੋਂ ਕਾਮਨ ਆ ਗਿਆ G plus R, ਇਹਨਾਂ ਦੋਨਾਂ ਵਿੱਚ IG ਕਾਮਨ ਨਿਕਾਲ ਲਿਆ ਤੇ ਇਹਨੂੰ ਜਿਹੜਾ ਹੈ ਅਸੀਂ ਇਹਦੇ ਨੀਚੇ ਲੈ ਜਾਂਦੇ ਆ V over IG is equal to G plus R। IG ਨੂੰ ਇਹਦੇ ਨੀਚੇ ਲੈ ਗਏ, V over IG is equal to G plus R, ਤੇ ਵਿੱਚੋਂ ਅਸੀਂ R ਦੀ ਵੈਲਿਊ ਨਿਕਾਲ ਲੈਣੀ ਆ। R ਕਿੰਨਾ ਆਏਗਾ? V over IG ਮਾਈਨਸ G। ਇਹ ਸਾਡੇ ਕੋਲ ਆ ਗਈ ਹਾਈ ਰੈਜ਼ਿਸਟੈਂਸ ਦੀ ਵੈਲਿਊ।
ਜੇਕਰ ਅਸੀਂ ਗਲਵੈਨੋਮੀਟਰ ਨੂੰ ਵੋਲਟ ਮੀਟਰ ਚ ਕਨਵਰਟ ਕਰਨਾ ਹੈ ਤੇ ਇੰਨੀ ਵੋਲਟ ਉਹ ਮੈਜ਼ਰ ਕਰੇ ਤੇ ਸਾਨੂੰ ਇੰਨੀ ਓਮ ਦਾ ਰੈਜ਼ਿਸਟੈਂਸ, ਇਹ ਆਰ ਦੀ ਵੈਲਿਊ ਮੈਂ ਨਿਕਾਲ ਲਈ, ਇਹ ਆਰ ਦੀ ਵੈਲਿਊ ਜਿੰਨੀ ਆਏਗੀ ਇਹਨੂੰ ਇਹਦੇ ਸੀਰੀਜ਼ ਵਿੱਚ ਲਗਾਉਣਾ ਪਏਗਾ। ਨਾਓ ਮੰਨ ਲਓ ਕਿ ਮੈਂ ਵੋਲਟ ਮੀਟਰ 3 ਵੋਲਟ ਦਾ ਬਣਾਉਣਾ ਹੈ, ਇੱਥੇ ਅਸੀਂ 3 ਵੋਲਟ ਭਰਾਂਗੇ ਤੇ ਜਿੰਨਾ ਉਹ ਸੇਫ ਲਿਮਿਟ ਹੋਏਗੀ ਗਲਵੈਨੋਮੀਟਰ ਦੀ ਗਿਵਨ ਉਹ ਭਰਾਂਗੇ ਤੇ ਗਲਵੈਨੋਮੀਟਰ ਦੀ ਰੈਜ਼ਿਸਟੈਂਸ ਭਰ ਦੋ। ਇਹਨੂੰ ਸੋਲਵ ਕਰਕੇ ਆਰ ਦੀ ਵੈਲਿਊ ਆਏਗੀ, ਹਾਈ ਵੈਲਿਊ ਨਿਕਲੇਗੀ। ਉਹ ਜਿੰਨੀ ਵੀ ਹਾਈ ਵੈਲਿਊ ਆਏਗੀ ਆਰ ਦੀ ਉਹਨੂੰ ਚੁੱਕ ਕੇ ਅਸੀਂ ਇੱਥੇ ਨਾਲ ਲਗਾ ਦਾਂਗੇ। ਫਿਰ ਗਲਵੈਨੋਮੀਟਰ ਜਿਹੜਾ ਹੈ ਮੇਰਾ ਇੱਕ ਵੋਲਟ ਮੀਟਰ ਬਣ ਜਾਏਗਾ ਤੇ ਉਹ ਕਿੰਨੀ ਰੇਂਜ ਦਾ ਹੋਏਗਾ 3 ਵੋਲਟ ਦਾ। ਜੇ 5 ਵੋਲਟ ਦਾ ਬਣਾਉਣਾ ਚਾਹੁੰਦੇ ਹੋ ਇੱਥੇ 5 ਦੇ ਅਕੋਰਡਿੰਗ ਕੈਲਕੂਲੇਸ਼ਨ ਕਰਨੀ ਪਏਗੀ, ਉਹਦੇ ਅਕੋਰਡਿੰਗ ਜੋ ਆਰ ਦੀ ਵੈਲਿਊ ਆਏਗੀ ਉਹ ਅਸੀਂ ਉਹਦੇ ਸੀਰੀਜ਼ ਵਿੱਚ ਅਪਲਾਈ ਕਰ ਦਾਂਗੇ। ਆਈ ਥਿੰਕ ਤੁਹਾਨੂੰ ਇੱਥੋਂ ਤੱਕ ਸਾਰਾ ਕਲੀਅਰ ਹੋ ਗਿਆ। ਨਾਓ ਪਲੀਜ਼ ਟੈਲ, ਹੁਣ ਅਸੀਂ ਨਿਕਾਲਣ ਲੱਗੇ ਹਾਂ ਕਿ ਰੈਜ਼ਿਸਟੈਂਸ ਕਿੰਨੀ ਹੋਏਗੀ, ਇਫੈਕਟਿਵ ਰੈਜ਼ਿਸਟੈਂਸ ਆਫ ਵੋਲਟ ਮੀਟਰ। ਇਫੈਕਟਿਵ ਰੈਜ਼ਿਸਟੈਂਸ ਕਿੰਨੀ ਹੋਏਗੀ ਵੋਲਟ ਮੀਟਰ ਦੀ, that will be equal to G plus R, ਕਿਉਂਕਿ ਦੋਨੋਂ ਕੱਚ ਲੱਗੇ ਨੇ ਸੀਰੀਜ਼ ਤੇ ਜੇ ਸੀਰੀਜ਼ ਲੱਗੇ ਨੇ ਤੇ ਟੋਟਲ ਰੈਜ਼ਿਸਟੈਂਸ ਸਾਡੀ ਸਿੱਧੀ ਐਡ ਹੋਏਗੀ। ਇਹਦਾ ਮਤਲਬ ਦੋਨੋਂ ਰੈਜ਼ਿਸਟੈਂਸ ਪਲੱਸ ਹੋ ਗਈਆਂ। ਇਹਦਾ ਮਤਲਬ ਇਹ ਆਲਰੇਡੀ ਹਾਈ ਰੈਜ਼ਿਸਟੈਂਸ ਹੈ, ਉਤੋਂ ਗਲਵੈਨੋਮੀਟਰ ਦੀ ਰੈਜ਼ਿਸਟੈਂਸ ਵਿੱਚ ਐਡ ਹੋ ਗਈ ਤੇ ਸਾਡੀ ਰੈਜ਼ਿਸਟੈਂਸ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਇਹਦਾ ਮਤਲਬ ਵੋਲਟ ਮੀਟਰ ਇੱਕ ਡਿਵਾਈਸ ਹੈ ਜਿਹਦੀ ਵੈਰੀ ਹਾਈ ਰੈਜ਼ਿਸਟੈਂਸ ਹੁੰਦੀ ਹੈ। ਵੋਲਟ ਮੀਟਰ ਇੱਕ ਡਿਵਾਈਸ ਹੈ ਜਿਹਦੀ ਰੈਜ਼ਿਸਟੈਂਸ ਬਹੁਤ ਜ਼ਿਆਦਾ ਹੁੰਦੀ ਹੈ। ਇਟ ਮੇ ਬੀ ਇਨਫਾਈਨਾਈਟ ਵੀ ਹੋ ਸਕਦੀ ਹੈ। ਤੇ ਜਿਹੜੇ ਵੋਲਟ ਮੀਟਰ ਦੀ ਰੈਜ਼ਿਸਟੈਂਸ ਇਨਫਾਈਨਾਈਟ ਹੋਵੇ, ਬਹੁਤ ਜ਼ਿਆਦਾ, ਪਤਾ ਹੀ ਨਹੀਂ ਕਿੰਨੀ, ਉਹ ਸਾਡਾ ਆਈਡੀਅਲ ਵੋਲਟ ਮੀਟਰ ਹੋਏਗਾ। ਆਈ ਥਿੰਕ ਤੁਹਾਨੂੰ ਇਸ ਤੋਂ ਕਲੀਅਰ ਹੋ ਗਿਆ। ਹੁਣ ਮੈਂ ਸਾਰਾ ਜਲਦੀ ਰਿਪੀਟ ਕਰਨ ਲੱਗਾ। ਅਮੀਟਰ ਲੋ ਰੈਜ਼ਿਸਟੈਂਸ ਡਿਵਾਈਸ, ਵੋਲਟ ਮੀਟਰ ਹਾਈ ਰੈਜ਼ਿਸਟੈਂਸ ਡਿਵਾਈਸ। ਐਮੀਟਰ ਦੇ ਨਾਲ ਕਰੰਟ ਮੈਜ਼ਰ ਕਰਨਾ ਹੈ, ਵੋਲਟ ਮੀਟਰ ਦੇ ਨਾਲ ਅਸੀਂ ਪੋਟੈਂਸ਼ੀਅਲ ਡਿਫਰੈਂਸ ਮੈਜ਼ਰ ਕਰਨਾ ਹੈ। ਐਮੀਟਰ ਬਣਾਉਣ ਲਈ ਗਲਵੈਨੋਮੀਟਰ ਦੇ ਪੈਰਲਲ ਵਿੱਚ ਸ਼ੰਟ ਲਗਾਉਣਾ ਹੈ। ਵੋਲਟ ਮੀਟਰ ਲਗਾਉਣ ਦੇ ਲਈ ਗਲਵੈਨੋਮੀਟਰ ਦੇ ਸੀਰੀਜ਼ ਦੇ ਵਿੱਚ ਹਾਈ ਰੈਜ਼ਿਸਟੈਂਸ ਅਸੀਂ ਜਿਹੜੀ ਹੈ ਆਪਾਂ ਅਪਲਾਈ ਕਰਨੀ ਹੈ। ਜਦੋਂ ਵੀ ਐਮੀਟਰ ਤਿਆਰ ਹੋਏਗਾ ਉਹਨੂੰ ਸੀਰੀਜ਼ 'ਚ ਵਰਤਣਾ ਹੈ, ਜਦੋਂ ਵੋਲਟ ਮੀਟਰ ਤਿਆਰ ਹੋਏਗਾ ਉਹਨੂੰ ਅਸੀਂ ਪੈਰਲਲ 'ਚ ਵਰਤਣਾ ਹੈ। ਕਰੰਟ ਮੈਜ਼ਰਿੰਗ ਕਰਨ ਵਾਲਾ ਡਿਵਾਈਸ ਹਮੇਸ਼ਾ ਸੀਰੀਜ਼ 'ਚ ਰੱਖਿਆ ਜਾਂਦਾ ਹੈ ਤੇ ਵੋਲਟ ਜਿਹੜਾ ਹੁੰਦਾ ਹੈ ਉਹਨੂੰ ਮੈਜ਼ਰ ਕਰਨ ਵਾਲੇ ਡਿਵਾਈਸ ਨੂੰ ਅਸੀਂ ਹਮੇਸ਼ਾ ਪੈਰਲਲ 'ਚ ਰੱਖਦੇ ਹਾਂ। ਆਈ ਥਿੰਕ ਤੁਹਾਨੂੰ ਸਾਰਾ ਅੱਜ ਦਾ ਲੈਕਚਰ ਕਲੀਅਰ ਹੋ ਗਿਆ। ਨੈਕਸਟ ਲੈਕਚਰ ਵਿੱਚ ਅਸੀਂ ਅਮੀਟਰ ਤੇ ਵੋਲਟ ਮੀਟਰ ਬਾਰੇ ਫਰਦਰ ਅਸੀਂ ਡਿਸਕਸ ਕਰਾਂਗੇ। ਥੈਂਕ ਯੂ।